ਤੁਸੀਂ ਵੇਖ ਰਹੇ ਹੋ NNR ਨਿਊਜ਼ ਪੰਜਾਬ। ਨਗਰ ਪੰਚਾਇਤ ਭਿੱਖੀ ਪਿੰਡ ਦੀਆਂ ਹੋ ਰਹੀਆਂ ਚੋਣਾਂ ਮੌਕੇ ਹਾਲਾਤ ਤਣਾਅਪੂਰਨ ਹੋਇਆ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਦੀ ਕੀਤੀ ਕੁੱਟਮਾਰ ਅਤੇ ਫਾਈਲਾਂ ਖੋਹ ਕੇ ਪਾੜੀਆਂ। ਆਓ ਵੇਖਦੇ ਹਾਂ ਤਰਨ ਤਾਰਨ ਤੋਂ ਗੁਰਪ੍ਰੀਤ ਗੋਲਾ ਦੀ ਖਾਸ ਰਿਪੋਰਟ। कांग्रेस पार्टी ने बड़ा धक्का कीता ਜਿਹੜਾ ਧੱਕਾ ਕੀਤਾ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਾਡੀਆਂ ਫਾਈਲਾਂ ਜਿਹੜੇ ਜਿਹੜੀਆਂ ਪਾੜੀਆਂ ਗਈਆਂ ਇੱਥੇ ਕਿ ਇਹ ਕੋਈ ਲੋਕਤੰਤਰ ਆ ਰਣਵੀਰ ਧੱਕੇ ਸਹੀ ਹੋਈ ਲੋਕਤੰਤਰ ਕਰ ਰਹੀ ਪੁਲਿਸ ਰਣਵੀਰ ਸੇਜ ਕਰਾ ਦੋ ਸਾਡੇ ਰਣਵੀਰ ਦੀਆਂ ਪੱਗਾਂ ਲਾਈਆਂ ਗਿਆ ਦੇਖੀਏ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦਾ ਬਲਾਕ ਇੰਚਾਰਜ ਵੀ ਆ ਮੈਂ ਜੀ ਸ਼ਰੇਆਮ ਗੁੰਡਾਗਰਦੀ ਆ ਬੱਬੂ ਸ਼ਰਮੇ ਨੇ ਸ਼ਰੇਆਮ ਪੁਲਿਸ ਖਲੋਤੀ ਆ ਮੂੰਹ ਦਰਸ਼ਨ ਬਣ ਕੇ ਆ ਜਾਓ ਫਾਈਲਾਂ ਖੋਲੋ ਤੇ ਜਾਓ ਧੱਕੇ ਮਾਰ ਕੇ ਬਾਹਰ ਕੱਢਿਆ ਆ ਦੇਖੋ ਮੇਰਾ ਹਾਲ ਇੱਧਰ ਵੇਖੋ ਬਸ ਮਜਰਾ ਮੂੰਹ ਧੂ ਕੇ ਨਾ ਹੀ ਤੋਂ ਬੰਦੇ ਪਾਸੇ ਕਰਦੇ ਧੂਣਾ ਮਾਰਦੇ ਲੱਗੇ ਬੰਦੇ ਡਰੇ ਹੋਏ ਕੁੜੀ ਡਰੇ ਹੋਏ ਨਮਰਦ ਪੁਲਿਸ ਖਿਲਾੜੀ ਨਮਰਦ ਬੰਦੇ ਆ ਕਰਦੇ ਬੰਦਾ ਕਾਂਗਰਸੀ ਬੰਦੇ ਨਹੀਂ ਨਮਰਦ ਆ ਸ਼ਾਨ ਬੰਦੇ ਹੁੰਦੇ ਆ ਸ਼ਰੇਆਮ ਆਉਂਦੇ ਘਰ ਲੜੋ ਅਸੀਂ ਟਿਕਟਾਂ ਦੇਣੇ ਤਾਂ ਲੜ ਕੇ ਵੇਖੋ ਕੀ ਇੱਥੇ ਹੈਗਾ ਵਾ ਡਰੇ ਹੋਏ ਇਹਨਾਂ ਨੂੰ ਪਤਾ ਅਸੀਂ ਸਾਡੀ ਵੋਟ ਹੀ ਨਹੀਂ ਹੈਗੀ ਦੇਣ ਆਉਂਦੀ ਨਗਰ ਪੰਚਾਇਤ ਖੇਮ ਛੱਡ ਦੇ ਜਹਾਜ਼ ਨਾਲ ਬੱਸ ਸਟੈਂਡ ਲੱਗ ਆ ਜਾਓ ਹਾਂਜੀ ਖੈਰਾ ਸਾਹਿਬ ਕੀ ਗੱਲ ਹੋਈ ਹੈ ਤੇ ਕੀ ਹੈ ਸਾਰਾ ਜੀ ਦੇਖੋ ਜੀ ਤੁਹਾਨੂੰ ਪਤਾ ਕਿ ਨਗਰ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਸ਼ੁਰੂ ਨੇ ਉਹਨਾਂ ਵਾਸਤੇ ਨਾਮਜ਼ਦਗੀਆਂ ਦਾ ਤਰੀਕ ਸੀ ਅੱਜ ਅਸੀਂ ਆਪਣੇ ਉਮੀਦਵਾਰਾਂ ਦੇ ਨਾਲ ਇਹ ਸਾਡਾ ਉਮੀਦਵਾਰ ਹੈ ਉਮੀਦਵਾਰ ਦੇ ਨਾਲ ਅਸੀਂ ਫਾਰਮ ਭਰਨਾ ਹੈ ਸਾਰੀਆਂ ਫਾਈਲਾਂ ਮੇਰੇ ਕੋਲ ਸੀ ਕਿੰਨੇ ਨੰਬਰ ਵਾਰਡ 'ਚ ਹੋਏ ਹਾਂਜੀ 1 ਨੰਬਰ ਵਾਰਡ 'ਚੋਂ ਨੇ ਤੇ ਦੂਜੀਆਂ ਫਾਈਲਾਂ ਨਾਲ ਸੀ ਮੇਰੇ 4 ਹੋਰ ਸੋ ਉਹ 3 ਫਾਈਲਾਂ ਹੋਰ ਸੀ ਚੌਥੀ ਫਾਈਲ ਲੈਂਦੀ ਸੀ ਅਸੀਂ 4 ਫਾਈਲਾਂ ਜਮ੍ਹਾਂ ਕਰਾਉਣ ਵਾਸਤੇ ਆਏ ਜਦੋਂ ਤੇ ਉਸ ਵੇਲੇ ਇਹਨਾਂ ਨੇ ਗੁੰਡਾਗਰਦੀ ਕੀਤੀ ਤੇ ਮੇਰੇ ਕੋਲੋਂ ਫਾਈਲਾਂ ਖੋਹਣ ਦੀ ਕੋਸ਼ਿਸ਼ ਕੀਤੀ ਮੈਂ ਭੱਜਿਆ ਪਰ ਮੈਥੋਂ ਕੋ ਤੇ ਰਣਵੀਰ ਸਿੰਘ ਮੇਰੀ ਫਾਈਲਾਂ ਫੜ ਕੇ ਅੱਗੇ ਭੱਜਦੇ ਮੈਂ ਜਾਣਾ ਲੈ ਕੇ ਸੋ ਮੇਰੇ ਕੋਲੋਂ ਇਹਨੇ ਫਾਈਲਾਂ ਫੜ ਲਈਆਂ ਇਹਨਾਂ ਤੋਂ ਉਹਨਾਂ ਨੇ ਧੱਕੇ ਨਾਲ ਫਿਰ ਪੱਗ ਲਾਤੀ ਥੱਲੇ ਨੱਪ ਲਿਆ ਇਹਨੂੰ ਛੱਟਾਂ ਲਾਈਆਂ ਆਹ ਗੋਡੇ ਦੇਖੋ ਨੇ ਛਿੱਲੇ ਇੱਧਰ ਦੇਖੋ ਆ ਤੁਸੀਂ ਦੇਖੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਪੰਜਾਂ ਪਾੜ ਕੇ ਅਸੀਂ ਮਸਾਂ ਬਚਾਇਆ ਇਹਨੂੰ ਮੈਂ ਨਾਲ ਰਹੇ ਹੋਏ ਆ ਤੋਂ ਪਾਸੇ ਕਰਦੇ ਹੋਏ ਆ ਕਿੰਨਾ ਲੋਕ ਗੁੰਡਾਗਰਦੀ ਕੀਤੀ ਗਈ ਹੈ ਹਾਂਜੀ ਬੱਬੂ ਸ਼ਰਮਾ ਪੱਥਰ ਵਾਲਾ ਜੀ ਸ਼ਰੇਆਮ ਗੁੰਡਾਗਰਦੀ ਕਰ ਰਿਹਾ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਉਸ ਨਾਮ ਵੇਖਦੀ ਰਹੀ ਆ ਜੀ ਵੇਖਦੀ ਰਹੀ ਆ ਮੈਂ ਜੇ ਮੇਰੀ ਜਿਹੜੀ ਵਾਲਟੀ ਗਿਆ ਕਿ ਪੁਲਿਸ ਸਭ ਭਿੱਖੀ ਵੇੜਦੀ ਜਿਹੜੀ ਨੰਬਰ ਤੇ ਆ ਉਹ ਦੇਖਦੀ ਰਹੀ ਆ ਉਹਦੇ ਵਿੱਚ ਕੋਈ ਨਹੀਂ ਹੈਗਾ ਜੀ ਤੁਸੀਂ ਕੀ ਮੰਗ ਕਰਦੇ ਜੀ ਆਈਆਂ ਨੇ ਕਿ ਜਿਹੜੇ ਬੱਬੂ ਸ਼ਰਮਾ ਵਾ ਜੋ ਵੀ ਕਾਂਗਰਸ ਦੇ ਇੱਥੇ ਕਾਰੋਗਰ ਨੇ ਗੁੰਡਾਗਰਦੀ ਕਰਦੇ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਾਈਲਾਂ ਦੀ ਸਾਨੂੰ ਤਰੀਕ ਬਾਅਦ ਦਿੱਤੀ ਜਾਵੇ ਤਾਂ ਜੋ ਕਿਸੇ ਫਾਈਲਾਂ ਦੀ ਤਰੀਕ ਆ ਤਰੀਕ ਵਧਾਈ ਜਾਵੇ ਤਰੀਕੇ ਨਾਲ ਡੇਟ ਵਧਾਈ ਜਾਵੇ ਔਰ ਫਾਈਲਾਂ ਸਰਕਾਰ ਥੋੜ੍ਹੀਆਂ ਆਪ ਜਮ੍ਹਾਂ ਕਰੇ ਤੇ ਅਸੀਂ ਮੁਕਾਬਲਾ ਕਰਨਾ ਚਾਹੁੰਦੇ ਹਾਂ ਦੇਖਦੇ ਕਿੰਨੇ ਕਿੱਦਾਂ ਜਿੱਤਦੇ ਨੇ ਕਿਉਂਕਿ ਦੁਨੀਆ ਸਾਰੀ ਆਮ ਆਦਮੀ ਪਾਰਟੀ ਦੇ ਨਾਲ ਮੇਰੀ ਨੰਬਰ ਵਾਰਡ ਦਾ ਕੈਂਡੀਡੇਟ ਹੈ ਨਾ ਉਹਨੂੰ ਪਤਾ ਮੈਂ ਹਰਿਆ ਉਹ 4 ਦਿਨ ਪਹਿਲਾਂ ਹੀ ਇੱਥੇ ਇਹੋ ਹੀ ਪ੍ਰੋਬਲਮ ਬਣਦੀ ਵੀ ਉਹਨਾਂ ਦੀ ਕਿ ਫਾਈਲਾਂ ਖੋਹਣੀਆਂ ਵਾ ਉੱਦਾਂ ਅਸੀਂ ਨਹੀਂ ਜਿੱਤ ਸਕਦੇ ਬਿਲਕੁਲ ਹਰੇ ਹੋਏ ਆ ਔਰ ਡਰੇ ਹੋਏ ਆ ਤੁਸੀਂ ਫਾਈਲਾਂ ਜਮ੍ਹਾਂ ਕਰਾਉਣ ਗਏ ਸੀ ਉਹਦੇ ਬਾਅਦ ਕੀ ਹੋਇਆ ਅਸੀਂ ਆਮ ਆਦਮੀ ਪਾਰਟੀ ਵੱਲੋਂ ਭਿੱਖੀਵਿੰਡ ਜੋ ਨਗਰ ਨਿਗਮ ਦੀ ਚੋਣਾਂ ਹੋ ਰਹੀਆਂ 13 ਦੇ 13 ਕੈਂਡੀਡੇਟ ਖਿਲਾਰੇ ਨੇ ਔਰ ਉਸਨਾਂ ਦੀਆਂ ਫਾਈਲਾਂ ਜਮ੍ਹਾਂ ਕਰਾਉਣ ਲਈ ਅਸੀਂ ਨਗਰ ਨਿਗਮ ਦੇ ਅੰਦਰ ਹੋ ਰਹੇ ਸੀ ਤੇ ਸਾਨੂੰ ਪੁਲਿਸ ਨੇ ਧੱਕੇ ਮਾਰੇ ਔਰ ਜੋ 250 ਕਰਮਚਾਰੀ ਪੁਲਿਸ ਦਾ ਉਹਨਾਂ ਨੇ ਸੁਖਪਾਲ ਸਿੰਘ ਭੁੱਲਰ ਦੇ ਕਹਿਣ ਦੇ ਉੱਤੇ ਸਾਡੇ ਬੰਦਿਆਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਵੀ ਇਹਨਾਂ ਦੇ ਕਾਗਜ਼ ਦਾਖਲ ਨਹੀਂ ਹੋਣ ਦੇਣੇ ਨਾਲ 200-250 ਬੰਦਾ ਕਾਂਗਰਸ ਦਾ ਜਿਹੜਾ ਗੁੰਡਾ ਇੱਥੇ ਇਕੱਠਾ ਹੋਇਆ ਹੈ ਉਹਨਾਂ ਨੇ ਸਾਡੇ ਸਾਥੀਆਂ ਦੇ ਉੱਤੇ ਹੱਲਾ ਕੀਤਾ ਹੈ ਸਾਡੇ ਰਣਵੀਰ ਸਿੰਘ ਜੀ ਬਲਾਕ ਇੰਚਾਰਜ ਨੇ ਇੱਥੋਂ ਭਿੱਖੀਵਿੰਡ ਦੇ ਔਰ ਕੈਂਡੀਡੇਟ ਵੀ ਨੇ ਜਿਹੜੇ 1 ਨੰਬਰ ਵਾਰਡ ਤੋਂ ਲੜ ਰਹੇ ਨੇ ਆਹ ਦੇਖੋ ਇਹਨਾਂ ਨੂੰ ਸੱਟਾਂ ਲਾਈਆਂ ਗਈਆਂ ਨੇ ਆਹ ਦੇਖੋ ਔਰ ਇਹਨਾਂ ਦੀ ਪੱਗ ਉਤਾਰੀ ਗਈ ਹੈ ਔਰ ਇੱਕ ਬੰਦੇ ਦੇ ਮਗਰ 20 ਤੋਂ 50 ਗੁੰਡੇ ਲੱਗੇ ਹੋਏ ਨੇ ਸਾਰੀਆਂ ਫਾਈਲਾਂ ਖੋਹ ਲਈਆਂ ਗਈਆਂ ਨੇ ਔਰ ਪੂਰਾ ਗੁੰਡਾ ਤੰਤਰ ਫਾਇਲ ਹੈ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ ਕਿੰਨੀਆਂ ਫਾਈਲਾਂ ਤੁਹਾਡੀਆਂ ਜਿਹੜੀਆਂ ਪਾੜ ਦੇਣੀਆਂ ਇਹਨਾਂ ਨੇ ਅਸੀਂ ਜੀ 13 ਫਾਈਲਾਂ ਤਿਆਰ ਕੀਤੀਆਂ ਜਿਨ੍ਹਾਂ ਵਿੱਚੋਂ ਪਹਿਲਾਂ ਅਸੀਂ 4 ਲੈ ਕੇ ਆਏ ਸੀ ਹੁਣ ਜਮ੍ਹਾਂ ਕਰਾਉਣ ਲਈ ਬਾਕੀ ਅਜੇ ਜਮ੍ਹਾਂ ਕਰਵਾਉਣ ਵਾਲੀਆਂ ਨੇ ਉਹ ਜਿਹੜੀਆਂ 4 ਦੀਆਂ 4 ਫਾਈਲਾਂ ਪਾੜ ਦਿੱਤੀਆਂ ਗਈਆਂ ਨੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਜੀ ਐਸਐਸਪੀ ਸਾਹਿਬ ਨੂੰ ਕੋਈ ਇਸਦੇ ਵਿੱਚ ਇਨਵੋਲਵ ਹੋਣ ਕਿਉਂਕਿ ਜਿਹੜੀ ਸਾਰੀ ਕਾਂਗਰਸ ਦਾ ਗੁੰਡਾ ਤੰਤਰ ਹੈ ਆ ਔਰ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਪੰਜਾਬ ਪੁਲਿਸ ਹੈ ਉਹ ਉਸ ਤੋਂ ਵੱਡੀ ਗੁੰਡਾ ਤੰਤਰ ਨੂੰ ਸਹਿ ਰਹੀ ਹੈ ਸਾਰੇ ਇੱਥੇ ਪੰਜਾਬ ਪੁਲਿਸ ਨਹੀਂ ਮੈਂ ਕਹਾਂ ਸਾਰੇ ਗੁੰਡੇ ਇਕੱਠੇ ਹੋਏ ਨੇ ਸਾਰੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਇੱਥੋਂ ਨਿਕਲ ਜਾਓ ਤੁਸੀਂ ਇੱਥੇ ਕਾਹਦੀਆਂ ਫਾਈਲਾਂ ਜਮ੍ਹਾਂ ਕਰਾਉਣੀਆਂ ਕੋਈ ਫਾਈਲ ਜਮ੍ਹਾਂ ਨਹੀਂ ਹੋਣੀ ਸਿੱਧਾ ਕਹਿ ਰਹੇ ਨੇ ਕਾਂਗਰਸ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਕਿ ਅਸੀਂ ਜਿੱਤ ਜਾਵਾਂਗੇ ਜੇ ਤੁਹਾਡੇ ਕਾਗਜ਼ ਦਾਖਲ ਹੁੰਦੇ ਦੇਖੋ ਜੀ ਕਾਂਗਰਸ ਨੇ ਸੁਖਪਾਲ ਸਿੰਘ ਭੁੱਲਰ ਨੇ ਪਿਛਲੇ 4 ਸਾਲਾਂ ਦੇ ਵਿੱਚ ਜੇ ਭਿੱਖੀਵਿੰਡ ਕੋਈ ਵਿਕਾਸ ਕੀਤਾ ਹੁੰਦਾ ਤਾਂ ਉਹ ਇਲੈਕਸ਼ਨ ਜ਼ਰੂਰ ਕਰਾਉਂਦਾ ਪਰ ਉਸ ਦੇ ਨੂੰ ਇਹ ਪਤਾ ਹੈ ਕਿ ਜੇਕਰ ਉਹ ਇੱਥੇ ਇਲੈਕਸ਼ਨ ਇਮਾਨਦਾਰੀ ਨਾਲ ਲੋਕਤੰਤਰੀ ਢੰਗ ਨਾਲ ਉਹ ਇਲੈਕਸ਼ਨ ਕਰਾਉਂਦਾ ਹੈ ਉਹਨੂੰ ਇੱਥੇ ਇੱਕ ਵੀ ਸੀਟ ਨਹੀਂ ਆਉਣ ਵਾਲੀ ਔਰ ਇਸ ਕਰਕੇ ਉਹ ਗੁੰਡਾ ਤੰਤਰ ਕਰਕੇ ਗੁੰਡੇ ਇਕੱਠੇ ਕਰਕੇ ਇੱਕ ਗੈਰ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਕਰਾਉਣੀ ਚਾਹੁੰਦਾ ਹੈ
ਔਰ ਲੋਕ ਜਿਹੜੇ ਨੇ ਪਹਿਲਾਂ ਹੀ ਇਹਨਾਂ ਤੋਂ ਦੁਖੀ ਹੈ, ਤੇ ਜਿਹੜੀ ਹੁਣ ਇਹਨਾਂ ਗੁੰਡਾਗਰਦੀ ਕੀਤੀ ਹੈ, ਤੇ ਮੇਰਾ ਖਿਆਲ ਹੈ ਕਿ ਹੁਣ ਤੇ ਜਿਹੜੇ ਕਾਂਗਰਸ ਨੂੰ ਜੱਦੀ ਪੁਸ਼ਤੀ ਸਮਝ ਕੇ ਨਾ ਵੀ ਚਲੋ ਸਾਡੀ ਮਜਬੂਰੀ ਹੈ ਜੀ, ਸਾਡਾ ਪਿਓ ਕਾਂਗਰਸੀ ਸੀ, ਸਾਡਾ ਦਾਦਾ ਕਾਂਗਰਸੀ ਸੀ, ਅਸੀਂ ਕਾਂਗਰਸ ਨੂੰ ਛੱਡ ਨਹੀਂ ਸਕਦੇ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ। ਮੇਰਾ ਖਿਆਲ ਹੈ ਕਿ ਇਸ ਗੁੰਡਾਗਰਦੀ ਤੋਂ ਦੁਖੀ ਹੋ ਕੇ ਉਹ ਕਾਂਗਰਸੀ ਪਰਿਵਾਰ ਵੀ ਕਾਂਗਰਸ ਦਾ ਵਿਰੋਧ ਕਰਨਗੇ, ਤੇ ਇੱਕ ਤਰਫਾ ਜਿਹੜੀ ਵੋਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪੈਗੀ। ਵਡੋਆ ਸਾਹਿਬ, ਜਿਹੜੀ ਮੁੱਖ ਹੁਣ ਜਿਹੜੀ ਧਰਨੇ ਦੇ ਵਿੱਚ ਮੰਗ ਤੁਹਾਡੀ ਉਹ ਕੀ ਰਹਿਣ ਵਾਲੀ ਹੈ ਕਿ ਨਾਮਜ਼ਦਗੀਆਂ ਦਾਖਲ ਜਿਹੜੀਆਂ ਉਹ ਪੈਰਾਮਿਲਟਰੀ ਫੋਰਸ ਦੀ ਮੰਗ ਕਰੋਗੇ ਕਿ ਤੁਹਾਨੂੰ ਇਹਦੇ ਤੇ ਪੁਲਿਸ ਤੇ ਅਜੇ ਵੀ ਵਿਸ਼ਵਾਸ ਹੈ ਵੀ ਇਹ ਨਿਰਪੱਖ ਹੋ ਕੇ ਕਰਵਾ ਸਕਦੀ ਦਾਖਲ? ਨਹੀਂ, ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਕਾਂਗਰਸ ਤੋਂ ਲੋਕ ਦੁਖੀ ਨੇ, ਕਾਂਗਰਸ ਤੋਂ ਲੋਕ ਖਫਾ ਨੇ, ਕਾਂਗਰਸ ਨੂੰ ਲੋਕ ਸਬਕ ਸਿਖਾਉਣਾ ਚਾਹੁੰਦੇ ਨੇ, ਤੇ ਕਾਂਗਰਸ ਜਿਹੜੀ ਇਹਨਾਂ ਚੋਣਾਂ 'ਚ ਬਦਮਾਸ਼ੀ ਕਰੂਗੀ। ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਾ ਕੇ ਇਲੈਕਸ਼ਨ ਕਮਿਸ਼ਨ ਕੋਲੇ ਮੰਗ ਕਰਦੀ ਰਹੀ ਹੈ ਕਿ ਇਹ ਜਿਹੜੀਆਂ ਨਾਮਜ਼ਦਗੀਆਂ ਦੀ ਵੀਡੀਓਗ੍ਰਾਫੀ ਕਰਾਈ ਜਾਵੇ, ਚੋਣਾਂ ਦੇ ਸਮੇਂ ਵੀ ਵੀਡੀਓਗ੍ਰਾਫੀ ਕਰਾਈ ਜਾਵੇ, ਔਰ ਚੋਣ ਪ੍ਰੋਸੈਸ ਦੇ ਦੌਰਾਨ, ਚੋਣ ਕੰਪੇਨ ਦੇ ਦੌਰਾਨ, ਚੋਣ ਪ੍ਰਚਾਰ ਦੇ ਦੌਰਾਨ ਸਮੁੱਚੇ ਪੰਜਾਬ ਦੇ ਅੰਦਰ ਜਿੱਥੇ ਜਿੱਥੇ ਵੀ ਚੋਣਾਂ ਹੋ ਰਹੀਆਂ ਨੇ ਉੱਥੇ ਪੈਰਾਮਿਲਟਰੀ ਫੋਰਸ ਜਿਹੜੇ ਆ ਉਹ ਜਿਹੜੇ ਆ ਅਰਧ ਸੈਨਿਕ ਬਲ ਜਿਹੜੇ ਆ ਉਹ ਤਾਇਨਾਤ ਕੀਤੇ ਜਾ ਸਕਣ, ਕਿਉਂਕਿ ਜਿਹੜੀ ਪੁਲਿਸ ਹੈ, ਹੈਰਾਨੀ ਦੀ ਗੱਲ ਹੈ ਕਿ ਏਡੀ ਘੱਟ ਪੁਤਲੀ, ਏਡੀ ਹੱਥਾਂ ਦਾ ਖਿਡੌਣਾ ਕਾਂਗਰਸੀਆਂ ਦਾ ਇੱਥੋਂ ਤੱਕ ਵੀ ਗਰਕ ਸਕਦੀ ਹੈ। ਕਿੱਥੇ ਜਾਊਗਾ ਲਾਅ ਐਂਡ ਆਰਡਰ, ਕਿੱਥੇ ਜਾਣਗੇ ਲੋਕ? ਤੇ ਇਸ ਕਰਕੇ ਅਸੀਂ ਤਾਂ ਸ਼ੁਰੂ ਤੋਂ ਮੰਗ ਕਰਦੇ ਹਾਂ, ਤੇ ਹੁਣ ਤੇ ਜੋ ਕੁਛ ਹੈ ਹੁਣ ਤਾਂ ਇਲੈਕਸ਼ਨ ਕਮਿਸ਼ਨ ਦਾ ਫਰਜ਼ ਬਣਦਾ ਆ ਕਿ ਕੱਲ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ੀ ਵੀ ਦਾਖਲ ਕਰਵਾਵੇ, ਔਰ ਜਿਹੜਾ ਆ ਇੱਥੇ ਨਿਰਪੱਖ ਚੋਣਾਂ ਕਰਾਉਣ ਵਾਸਤੇ ਜਿਹੜੀਆਂ ਸਾਰੀਆਂ ਮੰਗਾਂ ਨੇ ਅਰਧ ਸੈਨਿਕ ਬਲ ਜਿਹੜੇ ਤਾਇਨਾਤ ਕਰਨ ਦੀ ਤੇ ਵੀਡੀਓਗ੍ਰਾਫੀ ਦੀ ਉਹ ਜਿਹੜੀ ਆ ਪੂਰੀ ਹੋਣੀ ਚਾਹੀਦੀ। ਚੋਣਾਂ ਦੌਰਾਨ ਅੱਜ ਜਿਹੜਾ ਨਾਮਜ਼ਦਗੀ ਦਾਖਲ ਕਰਾਉਣ ਵੇਲੇ ਜੋ ਕੁਝ ਵੀ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਬੜੇ ਦੁੱਖ ਦੀ ਗੱਲ ਹੈ ਕਿ ਲੋਕਤੰਤਰ ਦੇ ਵਿੱਚ ਸਰਕਾਰਾਂ ਦਾ ਮੁੱਢਲਾ ਫਰਜ਼ ਬਣਦਾ ਹੁੰਦਾ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਲੋਕਤੰਤਰ ਨੂੰ ਬਹਾਲ ਰੱਖਣਾ। ਤੇ ਜਿਸ ਤਰ੍ਹਾਂ ਦੀ ਅੱਜ ਸਰਕਾਰੀ ਧਿਰ ਨੇ, ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਦੀ ਅੱਜ ਗੁੰਡਾਗਰਦੀ ਦਿਖਾਈ ਹੈ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ, ਮੇਰਾ ਖਿਆਲ ਹੈ ਕਿ ਇਸ ਤੋਂ ਵੱਡੀ ਕਾਂਗਰਸ ਦੇ ਮੂੰਹ ਤੇ ਕਾਲਖ ਕੋਈ ਨਹੀਂ ਹੋ ਸਕਦੀ। ਚੋਣਾਂ ਜਿੱਤਣਾ ਹਾਰਨਾ ਉਹ ਵੱਖਰੀ ਗੱਲ ਹੈ, ਪਰ ਅੱਜ ਕਾਂਗਰਸ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਕਰਨ ਦੀ ਲੋੜ ਕਿਉਂ ਪੈ ਗਈ? ਕਿਉਂਕਿ ਬੜੇ ਦਿਨਾਂ ਦੇ ਕਾਂਗਰਸੀ ਮੌਜੂਦਾ ਐਮਐਲਏ ਜਿਹੜੇ ਨੇ ਉਹਨਾਂ ਦੀ ਇਹੀ ਕੋਸ਼ਿਸ਼ ਸੀਗੀ ਕਿ ਇਹ ਮੈਂ ਚੋਣਾਂ ਜਿਹੜੀਆਂ ਭਿੱਖੀਵਿੰਡ ਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਤਣੀਆਂ, ਔਰ ਜਿਹੜੇ ਸੰਬੰਧਿਤ ਚੋਣ ਅਧਿਕਾਰੀ ਸੀ ਉਹਨਾਂ ਨੂੰ ਇਹੀ ਕਿਹਾ ਜਾਂਦਾ ਰਿਹਾ ਕਿ ਤੁਸੀਂ ਨੋ ਡਿਊ ਨਾ ਦਿਆ ਜੇ, ਸਾਨੂੰ ਹਾਈ ਕੋਰਟ ਜਾਣਾ ਪਿਆ ਉਹਦੇ ਵਾਸਤੇ, ਨੋ ਡਿਊ ਲੈਣ ਵਾਸਤੇ, ਇੱਕ ਵਾਰ ਛੱਡ ਕੇ ਦੋ ਵਾਰਾਂ ਜਾਣਾ ਪਿਆ। ਔਰ ਫਿਰ ਇੱਥੋਂ ਤੱਕ ਕਿ ਜਿਹੜੇ ਰਿਟਰਨਿੰਗ ਆਫੀਸਰ ਨੇ, ਚੋਣ ਅਧਿਕਾਰੀ ਨੇ, ਮੌਜੂਦਾ ਵਿਧਾਇਕ ਵੱਲੋਂ ਉਹਨਾਂ ਦੇ ਉੱਤੇ ਦਬਾਅ ਪਾਇਆ ਗਿਆ ਕਿ ਕਾਗਜ਼ ਜੇ ਦਾਖਲ ਹੁੰਦੇ ਆ ਤੇ ਰੱਦ ਕਰ ਦਿੱਤੇ ਜਾਣ। ਜੋ ਮੈਨੂੰ ਪਤਾ ਲੱਗਾ ਉਹਨਾਂ ਅਫਸਰਾਂ ਨੂੰ ਮੈਂ ਸ਼ਾਬਾਸ਼ੀ ਵੀ ਦਊਂਗਾ, ਉਹਨਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਬਿਨਾਂ ਕਿਸੇ ਕਾਰਨ ਤੋਂ ਕਿਸੇ ਦਾ ਕਾਗਜ਼ ਰੱਦ ਨਹੀਂ ਕਰਨਾ। ਹੁਣ ਜਦੋਂ ਕਾਂਗਰਸੀ ਐਮਐਲਏ ਨੂੰ ਪਤਾ ਲੱਗ ਗਿਆ ਕਿ ਮੇਰਾ ਤਾਂ ਕੁਝ ਵੀ ਨਹੀਂ, ਜਿਹੜੇ ਮੇਰੇ ਮਨਸੂਬੇ ਉਹ ਤਾਂ ਫੇਲ ਹੋ ਰਹੇ ਨੇ, ਔਰ ਇੱਥੋਂ ਤੱਕ ਕਿ ਜਦੋਂ ਕਾਂਗਰਸੀ ਉਮੀਦਵਾਰਾਂ ਨੂੰ ਪਤਾ ਲੱਗਾ ਕਿ ਇੱਥੇ ਤੇ ਚੋਣਾਂ ਹੋਣ ਜਾ ਰਹੀਆਂ ਨੇ, ਜਿਹੜੇ ਆਪਣੇ ਆਪ 'ਚ ਵੈਸੇ ਬਣ ਕੇ ਬੈਠੇ ਸੀ, ਉਹਨਾਂ ਨੇ ਮੌਜੂਦਾ ਐਮਐਲਏ ਨੂੰ ਉਮੀਦਵਾਰ ਬਣਨ ਤੋਂ ਨਾ ਕਰ ਦਿੱਤੀ। ਉਹਨਾਂ ਆਪਣੀ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ। ਤੇ ਫਿਰ ਜਿਹੜਾ ਆ ਮੌਜੂਦਾ ਐਮਐਲਏ ਨੇ ਇਹੀ ਧਾਰਿਆ ਕਿ ਜਿੰਨੀ ਮੈਂ ਬਦਮਾਸ਼ੀ ਕਰ ਸਕਦਾ ਮੈਂ ਕਰਾਂ, ਔਰ ਪੁਲਿਸ ਦੀ ਛਤਰਛਾਇਆ 'ਚ। ਔਰ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਅੱਜ ਰਿਟਰਨਿੰਗ ਅਧਿਕਾਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਾਂ ਦਿੱਤਾ ਸੀਗਾ ਕਿ ਅੱਜ ਤੁਸੀਂ 2 ਜਿਹੜੀ ਫਰਵਰੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਆਣ ਕੇ ਆਪਦੀਆਂ ਨਾਮਜ਼ਦਗੀਆਂ ਦਾਖਲ ਕਰਵਾ ਸਕਦਾ ਹੈ, ਤੇ 3 ਫਰਵਰੀ ਜਿਹੜੀ ਆ ਉਹ ਕਾਂਗਰਸ ਵਾਸਤੇ ਨਿਰਧਾਰਿਤ ਕੀਤੀ ਗਈ ਸੀ।
ਅਸੀਂ ਆਪਦੀ ਨਿਰਧਾਰਿਤ ਕੀਤੀ ਹੋਈ ਚੋਣ ਅਧਿਕਾਰੀ ਵੱਲੋਂ ਦਿੱਤੇ ਹੋਏ ਸਮੇਂ ਦੇ ਮੁਤਾਬਕ ਕਾਗਜ਼ ਦਾਖਲ ਕਰਾਉਣ ਦਾ ਜਿਹੜਾ ਆ ਉਹ ਅਸੀਂ ਉੱਥੇ ਦਫ਼ਤਰ ਪਹੁੰਚਣਾ ਸੀਗਾ, ਜਿਹੜਾ ਨਗਰ ਪੰਚਾਇਤ ਭਿੱਖੀਵਿੰਡ। ਪਰ ਅਸੀਂ ਵੇਖ ਕੇ ਹੈਰਾਨ ਰਹਿ ਗਏ ਜਾਂ ਸਾਡੇ ਕੋਲ ਜੋ ਰਿਪੋਰਟਾਂ ਆਈਆਂ ਕਿ ਬਾਹਰ ਤੇ ਸੈਂਕੜਿਆਂ ਦੀ ਤਾਦਾਦ 'ਚ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਬਦਮਾਸ਼ ਨੇ, ਗੁੰਡੇ ਨੇ, ਕਾਂਗਰਸ ਪਾਰਟੀ ਦੇ ਮੋਹਤਬਰ ਕਹਿ ਲਓ, ਕਾਂਗਰਸ ਪਾਰਟੀ ਦੇ ਵਰਕਰ ਕਹਿ ਲਓ, ਉਹ ਵੱਡੀਆਂ ਭੀੜਾਂ ਦੇ ਨਾਲ ਹੱਥਾਂ 'ਚ ਡਾਂਗਾਂ, ਕਿਰਪਾਨਾਂ, ਬੇਸਬਾਲ, ਇੱਥੋਂ ਤੱਕ ਕਿ ਜਿਹੜੇ ਫਾਇਰ ਆਰਮਜ਼ ਨੇ, ਪਿਸਤੌਲ ਤੇ ਹੋਰ ਬੰਦੂਕਾਂ ਵਗੈਰਾ ਲੈ ਕੇ ਵੀ ਸ਼ਰੇਆਮ ਉੱਥੇ ਲਲਕਾਰੇ ਮਾਰ ਰਹੇ ਆ ਵੀ ਵੇਖਾਂਗੇ ਕਿਹੜਾ ਕਾਗਜ਼ ਦਾਖਲ ਕਰਾਉਣਾ ਹੁੰਦਾ। ਤੇ ਮੈਂ ਫਿਰ ਸੰਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ, ਮੈਂ ਜ਼ਿਲ੍ਹੇ ਦੇ ਡੀਸੀ ਨਾਲ ਗੱਲ ਕੀਤੀ, ਮੈਂ ਜ਼ਿਲ੍ਹੇ ਦੇ ਐਸਐਸਪੀ ਨਾਲ ਗੱਲ ਕੀਤੀ, ਮੈਂ ਸੰਬੰਧਿਤ ਡੀਐਸਪੀ ਨਾਲ ਗੱਲ ਕੀਤੀ। ਡੀਐਸਪੀ ਨੇ ਮੇਰੇ ਨਾਲ ਆਪਣੇ ਫੋਨ ਤੇ ਗੱਲ ਕਰਨੀ ਮੁਨਾਸਬ ਨਹੀਂ ਸਮਝੀ, ਕਿਸੇ ਹੋਰ ਤੋਂ ਕਿਸੇ ਹੋਰ ਤੋਂ ਮੈਨੂੰ ਫੋਨ ਕੀਤਾ ਕਿਸੇ ਨੰਬਰ ਤੋਂ, ਤੇ ਉਹਦੀ WhatsApp ਕਾਲ ਦੇ ਉੱਤੇ ਮੇਰੇ ਨਾਲ ਨੇ ਗੱਲ ਕੀਤੀ, ਕਿਉਂਕਿ ਸੰਬੰਧਿਤ ਡੀਐਸਪੀ ਨੂੰ ਉਹਦੇ ਬੌਸ ਵੱਲੋਂ, ਮੌਜੂਦਾ ਵਿਧਾਇਕ ਵੱਲੋਂ ਹਦਾਇਤਾਂ ਸੀ ਕਿ ਕਾਗਜ਼ ਦਾਖਲ ਨਹੀਂ ਹੋਣ ਦੇਣੇ, ਔਰ ਜੇ ਲੋੜ ਪਵੇ ਤੇ ਕਾਂਗਰਸੀ ਗੁੰਡਿਆਂ ਦੀ ਸਰਪ੍ਰਸਤੀ ਕਰਨੀ। ਔਰ ਮੈਂ ਉਹਦੇ ਨਾਲ ਗੱਲ ਕੀਤੀ। ਮੈਂ ਵਾਰ-ਵਾਰ ਅਫਸਰਾਂ ਨਾਲ, ਜ਼ਿਲ੍ਹੇ ਦੇ ਨਾਲ, ਸੰਬੰਧਿਤ ਜਿਹੜੇ ਅਫੀਸਰ ਸੀ ਉਹਨਾਂ ਨਾਲ ਗੱਲ ਕਰਦਾ ਰਿਹਾ। ਇੱਕ ਡੀਐਸਪੀ ਤਰਨਤਾਰਨ ਤੋਂ ਸਪੈਸ਼ਲ ਭੇਜੇ ਗਏ ਜਗੀਰ ਸਿੰਘ, ਮੈਂ ਉਹਨਾਂ ਨਾਲ ਵੀ ਗੱਲ ਕੀਤੀ। ਬਾਅਦ ਚ ਉਹਨਾਂ ਨੇ ਫੋਨ ਚੁੱਕਣਾ ਹੀ ਮੁਨਾਸਬ ਨਹੀਂ ਸਮਝਿਆ। ਤੇ ਬਾਅਦ ਚ ਜਿਹੜੇ ਲੋਕਲ ਡੀਐਸਪੀ ਨੇ ਉਹਨਾਂ ਨੇ ਮੇਰੇ ਕੋਲੇ ਸੁਨੇਹਾ ਭੇਜਿਆ ਕਿ ਲੜਾਈ ਹੋ ਜੂਗੀ ਜੀ, ਤੁਹਾਡੇ ਸੱਟਾਂ ਲੱਗ ਜਾਣਗੀਆਂ ਜੀ, ਤੁਹਾਡੇ ਤੇ ਹਮਲਾ ਹੋ ਜਾਊਗਾ ਜੀ, ਪਤਾ ਨਹੀਂ ਕੀ ਬਣੂਗਾ ਜੀ, ਤੁਸੀਂ ਕਾਗਜ਼ੀ ਦਾਖਲ ਨਾ ਕਰਾਓ ਜੀ, ਸਾਡੇ ਕੋਲੇ ਫੋਰਸ ਘੱਟ ਹੈ ਜੀ। ਹੁਣ ਮੇਰਾ ਖਿਆਲ ਹੈ ਕਿ 150 ਬੰਦਾ ਪੁਲਿਸ ਦਾ ਹੋਣਾ ਤੇ ਪੁਲਿਸ ਦੇ 2 ਬੰਦੇ ਹੋਣ ਤੇ 1000 ਬੰਦਾ ਹੋਵੇ ਤੇ ਕੰਟਰੋਲ ਕਰ ਸਕਦੀ, ਤੇ ਤੁਸੀਂ ਕਾਗਜ਼ ਨਾ ਦਾਖਲ ਕਰੋ। ਮੈਂ ਕਿਹਾ ਯਾਰ ਸਾਨੂੰ ਅੱਜ ਦਾ ਟਾਈਮ ਦਿੱਤਾ ਹੈ, ਕੱਲ ਦਾ ਦਿਨ ਬਾਕੀ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਕਿਹਾ ਤੁਸੀਂ, ਅਸੀਂ ਕੋਈ ਨਹੀਂ ਸਾਡਾ ਬੰਦਾ ਹੁੰਦਾ। ਤੇ ਮੈਂ ਕਿਹਾ ਮੈਂ ਵੀ ਇੱਥੋਂ ਚਲੇ ਜਾਣਾ ਤੇ ਬਾਕੀਆਂ ਨੂੰ ਮੈਂ ਕੱਲ ਦੇਣਾ। ਜਿਹੜੇ ਮਗਰ ਕੋਈ ਉਮੀਦਵਾਰਾਂ ਦੇ 2-2 4-4 ਜਿਹੜੇ ਮਹਿਤੀ ਆਏ ਨੇ, ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਉਮੀਦਵਾਰਾਂ ਨੂੰ ਆਪਦੀ ਪ੍ਰੋਟੈਕਸ਼ਨ ਦੇ ਵਿੱਚ ਅੰਦਰ ਲੈ ਜਾਓ ਤੇ ਉਹਨਾਂ ਦੇ ਕਾਗਜ਼ ਦਾਖਲ ਕਰਾ ਦਿਓ। ਚਲੋ ਉਹ ਫੇਰ ਜੀ ਕੀ ਫਾਇਦਾ ਹੋਊਗਾ ਜੀ, ਕਿਤੇ ਇਹਨਾਂ ਦੇ ਗਲ ਪੈ ਗਏ ਜੀ। ਤੇ ਮੈਂ ਕਿਹਾ ਤੁਸੀਂ ਕਦ ਲਈ ਜੇ, ਤੁਸੀਂ ਕਦ ਲਈ ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤੇ ਫਿਰ ਪੁਲਿਸੀਆ ਤੰਤਰ ਕਿੱਥੇ ਚਲਾ ਗਿਆ, ਪ੍ਰਸ਼ਾਸਨ ਕਿੱਥੇ ਚਲਾ ਗਿਆ, ਲਾਅ ਐਂਡ ਆਰਡਰ ਕਿੱਧਰਲੇ ਪਾਸੇ ਨੂੰ ਜਾ ਰਿਹਾ ਹੈ। ਤੇ ਮੈਂ ਕਿਹਾ ਚਲ ਅਸੀਂ ਲੇਡੀਜ਼ ਰਹਿਣ ਦਿੰਨੇ ਆ, ਅਸੀਂ ਜੈਂਟਸ ਜਿਹੜੇ ਆ ਉਹ ਭੇਜ ਦਿੰਨੇ ਆ ਤੇ ਕੰਟਰੋਲ ਤੁਸੀਂ ਕਰਿਆ ਜੀ। ਤੇ ਬਾਕੀ ਜਿਆਦੀ ਗੱਲ ਅਸੀਂ ਕਾਗਜ਼ ਜਿਹੜੇ ਆ ਤੁਸੀਂ ਮਾਹੌਲ ਠੀਕ ਕਰੋ, ਅਸੀਂ ਉਹ ਉਦੋਂ ਜਮ੍ਹਾਂ ਕਰਾ ਦਿੰਨੇ। ਲਓ ਜੀ, ਡੀਐਸਪੀ ਦੀ ਸਹਿਮਤੀ ਦੇ ਨਾਲ ਅਸੀਂ ਬੰਦੇ ਭੇਜੇ। ਮੈਂ ਉੱਥੋਂ ਚਲਾ ਗਿਆ। ਉਸ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਉਹ ਕਾਗਜ਼ ਦਾਖਲ ਕਰਾਉਣ ਵਾਸਤੇ ਗਏ ਆ। ਤੇ ਬਾਕੀ ਜਿਹੜਾ ਜੋ ਕੁਛ ਵਾਪਰਿਆ, ਜਿਸ ਤਰ੍ਹਾਂ ਦੀ ਬਦਮਾਸ਼ੀ ਹੋਈ ਹੈ, ਜਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਹੈ, ਮੇਰੇ ਤੋਂ ਵੱਧ ਮੈਂ ਤਾਂ ਸੁਣੀ ਹੈ ਨਾ, ਜਾਂ ਮੇਰੇ ਕੋਲ ਤੇ ਵੀਡੀਓ ਆਈਆਂ ਨੇ ਨਾ, ਜਾਂ ਮੈਨੂੰ ਤਾਂ ਦੱਸਿਆ ਗਿਆ ਹੈ ਨਾ, ਤੁਸੀਂ ਦੇਖਿਆ। ਲੈ ਤੁਸੀਂ ਦੱਸ ਦਿਓ, ਜਿੰਨੀ ਤੁਹਾਡੀ ਉਮਰ ਹੋ ਗਈ, ਜਦੋਂ ਤੋਂ ਤੁਸੀਂ ਹੋਸ਼ ਸੰਭਾਲੀ ਹੈ, ਕਦੀ ਚੋਣਾਂ ਦੇ ਵਿੱਚ ਇਹੋ ਜਿਹੀ ਗੁੰਡਾਗਰਦੀ ਵੇਖੀ? ਚੋਣਾਂ ਛੱਡ ਕੇ ਕੀ, 2 ਧੜੇ ਵੀ ਜਿਨ੍ਹਾਂ ਦੇ ਸਿਰ ਵੱਢਵੇਂ ਵੈਰ ਵੀ ਹੋਣ, ਉਹ ਵੀ ਕਦੇ ਮੇਰਾ ਖਿਆਲ ਇਹੋ ਜਿਹਾ ਬਦਮਾਸ਼ੀ ਨਹੀਂ ਕਰਦੇ, ਇਹੋ ਜਿਹਾ ਹਮਲਾ ਨਹੀਂ ਕਰਦੇ ਜਿਹੋ ਜਿਹਾ ਅੱਜ ਕਾਂਗਰਸੀਆਂ ਵੱਲੋਂ ਅਕਾਲੀ ਵਰਕਰਾਂ ਦੇ ਉੱਤੇ ਕੀਤਾ ਗਿਆ ਹੈ। ਤੇ ਮੈਂ ਪੁੱਛਣਾ ਚਾਹੁੰਦਾ ਕਿ ਡੀਸੀ ਤਰਨਤਾਰਨ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ, ਐਸਐਸਪੀ ਤਰਨਤਾਰਨ ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ, ਮੇਰੇ ਕੋਲ ਰਿਕਾਰਡਿੰਗ ਹੈ ਉਹਨਾਂ ਦੀ, ਮੇਰੇ ਕੋਲ ਰਿਕਾਰਡਿੰਗ ਹੈ ਜਿਨ੍ਹਾਂ ਨੂੰ ਮੈਂ ਸੁਚੇਤ ਕੀਤਾ ਹੈ। ਤੇ ਮੇਰਾ ਖਿਆਲ ਹੈ ਕਿ ਇਹ ਲਗਭਗ 2:30 ਵਜੇ ਦੀ ਘਟਨਾ ਹੈ ਜਿਹੜੀ ਇਹ ਬਦਮਾਸ਼ੀ ਹੋਈ ਹੈ, ਕਿਉਂਕਿ 3 ਵਜੇ ਨਾਲੇ ਸੀ ਤੇ ਹੋਰ ਕਿੰਨੀ ਕਹੀ ਵੇਟ ਕਰ ਸਕਦੇ ਸੀਗੇ। ਉਹ ਵੀ ਡੀਐਸਪੀ ਦੀ ਪਰਮਿਸ਼ਨ ਤੋਂ ਬਾਅਦ ਅਸੀਂ ਕਾਗਜ਼ ਦਾਖਲ ਕਰਾਉਣ ਗਏ ਹਾਂ।
ਇਸ ਕਰਕੇ ਸਾਡੇ ਉੱਥੇ ਵਰਕਰਾਂ ਦੇ ਉੱਤੇ ਜਿਸ ਰੂਪ 'ਚ ਹਮਲਾ ਕੀਤਾ ਗਿਆ, ਜਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ ਹੈ, ਜਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਗਈਆਂ, ਅੱਧਾ ਘੰਟਾ ਚਲਾਈਆਂ ਗਈਆਂ, ਕਾਂਗਰਸੀ ਸਰਪੰਚਾਂ ਵੱਲੋਂ ਚਲਾਈਆਂ ਗਈਆਂ ਨੇ, ਕਾਂਗਰਸੀ ਮੋਹਤਬਰਾਂ ਵੱਲੋਂ ਵੀ ਚਲਾਈਆਂ ਗਈਆਂ ਨੇ, ਤੇ ਜਿਹਦੇ ਵਿੱਚ ਸਾਡੇ ਅਕਾਲੀ ਵਰਕਰ ਵੀ ਗੋਲੀ ਨਾਲ ਫੱਟੜ ਹੋਏ ਨੇ ਔਰ ਤੇਜ਼ ਧਾਰ ਹਥਿਆਰਾਂ ਨਾਲ ਫੱਟੜ ਹੋਏ ਨੇ, ਡਾਂਗਾਂ ਵੱਜੀਆਂ ਨੇ। ਔਰ ਸਭ ਤੋਂ ਵੱਡੀ ਤੁਸੀਂ ਬਦਮਾਸ਼ੀ ਇਹ ਦੇਖੋ ਕਿ ਜਿਹੜੇ ਕਾਂਗਰਸੀ ਗੁੰਡੇ ਨੇ ਜਾਂ ਭੀੜ ਸੀ ਉਹ ਕੇਵਲ ਉੱਥੇ ਨਹੀਂ ਰੁਕੀ। ਜਿਹੜੇ ਸਾਡੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਨੇ ਔਰ ਮੌਜੂਦਾ ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਅਮਰਜੀਤ ਸਿੰਘ ਢਿੱਲੋਂ, ਉਹਨਾਂ ਦੇ ਘਰ ਦੇ ਉੱਤੇ ਜਾ ਕੇ ਹਮਲਾ ਕੀਤਾ, ਜਿੱਥੋਂ ਅਕਾਲੀ ਉਮੀਦਵਾਰ ਕਾਗਜ਼ ਦਾਖਲ ਕਰਾਉਣ ਵਾਸਤੇ ਆਏ ਸੀ, ਜਿੱਥੇ ਬੀਬੀਆਂ ਵੀ ਵਿਚਾਰੀਆਂ ਉਮੀਦਵਾਰ ਬੈਠੀਆਂ ਸੀਗੀਆਂ, ਘਰ ਦੇ ਉੱਤੇ ਹਮਲਾ ਕੀਤਾ। ਔਰ ਉਹਨਾਂ ਦੀ ਡੇਅਰੀ ਸੀ, ਡੇਅਰੀ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਗਈ, ਸ਼ੀਸ਼ੇ ਭੰਨ ਦਿੱਤੇ ਗਏ, ਕਾਰਾਂ ਭੰਨ ਦਿੱਤੀਆਂ ਗਈਆਂ ਔਰ ਜਿਹੜਾ ਉੱਥੇ ਡੇਅਰੀ ਤੇ ਕੰਮ ਕਰਦਾ ਸੀ ਮੁੰਡਾ, ਉਹਨੂੰ ਫੱਟੜ ਕਰ ਦਿੱਤਾ ਗਿਆ। ਔਰ ਘਰ ਦੇ ਵਿੱਚ ਦਾਖਲ ਹੋਏ ਤੇ ਘਰ ਦੇ ਵਿੱਚ ਜਨਾਨੀਆਂ ਨੂੰ ਭੱਜ ਕੇ ਚੀਕਾਂ ਮਾਰਦਿਆਂ ਆਪਦੀ ਜਾਨ ਬਚਾਉਣੀ ਪਈ। ਇਹ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਅਸਲੀਅਤ ਹੈ ਤੇ ਇਹ ਲੋਕਤੰਤਰ ਦੇ ਹਾਲਾਤ ਨੇ ਤੇ ਇਹ ਚੋਣ ਪ੍ਰਕਿਰਿਆ ਦੇ ਹਾਲਾਤ ਨੇ। ਕੀ ਹੋ ਜੂ? ਵੱਧ ਤੋਂ ਵੱਧ ਨਗਰ ਕੌਂਸਲ ਤੇ ਕਬਜ਼ਾ ਹੀ ਕਰ ਲੋਗੇ ਨਾ। ਇਹ ਤਾਂ ਕਬਜ਼ਾ ਆ ਬਦਮਾਸ਼ੀ ਨਾਲ, ਜਿਸ ਤਰ੍ਹਾਂ ਕਹਿੰਦੇ ਨਾ ਕਿ ਇੱਕ ਦੇਸ਼ ਨੇ ਦੂਜੇ ਦੇਸ਼ ਤੇ ਕਬਜ਼ਾ ਕੀਤਾ ਹੁੰਦਾ ਹਥਿਆਰਬੰਦ ਹੋ ਕੇ, ਇਹ ਤਾਂ ਤੁਸੀਂ ਉਹ ਕੀਤਾ। ਤੇ ਹੋਰ 6 ਮਹੀਨਿਆਂ ਨੂੰ ਚੋਣਾਂ ਆ ਜਾਣੀਆਂ ਨੇ। ਇਹ ਜਿਹੜੇ ਕਹਿੰਦੇ ਆ ਕਿ ਅਸੀਂ ਐਮਸੀ ਬਣ ਜਾਣਾ ਆ, ਪਹਿਲੀ ਤਾਂ ਗੱਲ ਹੈ ਕਿ ਅਸੀਂ ਅੱਜ ਧਰਨਾ ਦੇਣ ਜਾ ਰਹੇ ਹਾਂ। ਲੋਕਤੰਤਰ ਨੇ ਸਾਨੂੰ ਸ਼ਕਤੀ ਦਿੱਤੀ ਹੈ, ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ ਔਰ ਜਿਨ੍ਹਾਂ ਨੇ ਵੀ ਗੁੰਡਾਗਰਦੀ ਕੀਤੀ ਹੈ, ਬਦਮਾਸ਼ੀ ਕੀਤੀ ਹੈ, ਉਹਨਾਂ ਦੇ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ, ਉਹ ਗ੍ਰਿਫਤਾਰ ਕੀਤੇ ਜਾਣ ਤੇ ਇੱਥੇ ਨਿਰਪੱਖ ਜਿਹੜੀਆਂ ਨੇ, ਅਸੀਂ ਇਲੈਕਸ਼ਨ ਕਮਿਸ਼ਨ ਕੋਲੋਂ ਵੀ ਮੰਗ ਕਰਦੇ ਹਾਂ ਕਿ ਇੱਥੇ ਨਿਰਪੱਖ ਜਿਹੜੀਆਂ ਨੇ ਉਹ ਚੋਣਾਂ ਕਰਵਾਈਆਂ ਜਾਣ। ਬਟੂਆ ਸਾਹਿਬ, ਇਹਦੇ ਸਬੰਧ ਦੇ ਵਿੱਚ ਤੁਸੀਂ ਪੰਜਾਬ ਦੇ ਜਿਹੜੇ ਚੋਣ ਕਮਿਸ਼ਨਰ ਉਹਨਾਂ ਨੂੰ ਕੋਈ ਸੂਚਨਾ ਭੇਜ ਰਹੇ ਜੇ, ਉਹਨਾਂ ਨੂੰ ਇਹਦੇ ਬਾਰੇ ਜਾਣੂ ਕਰਵਾ ਰਹੇ? ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ, ਬਕਾਇਦਾ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਮਿਲ ਪਏ ਹੋਣਗੇ ਜਾਂ ਮਿਲਣ ਵਾਲੇ ਨੇ, ਉਹ ਸੂਚਿਤ ਕਰ ਦਿੱਤਾ ਗਿਆ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੂੰ ਸੂਚਿਤ ਕਰ ਦਿੱਤਾ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹਲਕਾ ਖੇਮਕਰਨ ਦੇ ਵਰਕਰਾਂ ਵੱਲੋਂ ਭਿੱਖੀਵਿੰਡ ਵਿਖੇ ਇਸ ਗੁੰਡਾਗਰਦੀ ਦੇ ਵਿਰੁੱਧ ਧਰਨਾ ਦਿੱਤਾ ਜਾ ਰਿਹਾ, ਉਹਦੇ ਵਿੱਚ ਸਾਹਿਬ ਬਿਕਰਮ ਸਿੰਘ ਮਜੀਠੀਆ ਵੀ ਜਿਹੜੇ ਨੇ ਤੇ ਹੋਰ ਆਗੂ ਸਾਹਿਬਾਨ ਜਿਹੜੇ ਨੇ ਉਹ ਵੀ ਸ਼ਮੂਲੀਅਤ ਕਰਨਗੇ।